ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹਲਾ ਪੰਜਵਾ। ਤਾਕਾ ਦਰਸ ਪਾਈਐ ਬੜ ਭਾਗੀ, ਜਾ ਕੀ ਰਾਮ ਨਾਮ ਲਿਵ ਲਾਗੀ। ਤਾਕਾ ਦਰਸ ਪਾਈਐ ਬੜ ਭਾਗੀ, ਜਾ ਕੀ ਰਾਮ ਨਾਮ ਲਿਵ ਲਾਗੀ। ਜਾ ਕੈ ਹਰ ਵਸਿਆ ਮਨ ਮਾਹੀ, ਤਾਕੋ ਦੁਖ ਸੁਪਨੇ ਭੀ ਨਾਹੀ। ਰਹਾਉ ਸਰਬ ਨਿਧਾਨ ਰਾਖੇ ਜਨ ਮਾਹਿ, ਤਾਕੈ ਸੰਗ ਕਿਲ ਵਿਖ ਦੁਖ ਜਾਇ। ਜਨ ਕੀ ਮਹਿਮਾ ਕਥੀ ਨ ਜਾਇ, ਪਾਰ ਬ੍ਰਹਮ ਜਨ ਰਹਿਆ ਸਮਾਇ। ਕਰ ਕਿਰਪਾ ਪ੍ਰਭ ਬਿਨੋ ਸੁਨੀਜੈ, ਦਾਸ ਕੀ ਧੂਰ ਨਾਨਕ ਕੋ ਦੀਜੈ। ਕਰ ਕਿਰਪਾ ਪ੍ਰਭ ਬਿਨੋ ਸੁਨੀਜੈ, ਦਾਸ ਕੀ ਧੂਰ ਨਾਨਕ ਕੋ ਦੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤੇ ਤਖਤ ਤੇ ਮਾਲਕ, ਬਾਣੀ ਕੇ ਬੋਹਿਤ ਸਰਬ ਸਾਂਝੀ ਵਾਲਤਾ ਦੇ ਲਖਾਇਕ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ, ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੋਦ ਵਿੱਚ ਬੈਠ ਕੇ ਗੁਰਬਾਣੀ ਪਾਠ ਅਤੇ ਕੀਰਤਨ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਉਪਰੰਤ ਆਪ ਜੀ ਨੇ ਭਾਈ ਸਾਹਿਬ ਹੁਣਾਂ ਤੋਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਤਰੀਏ ਗੁਰ ਵਿਚਾਰ ਅਧੀਨ ਸ਼ੁਰੂ ਕੀਤੀ ਗਈ ਸੀ, ਇੱਕ ਪਵਿੱਤਰ ਸ਼ਬਦ ਜੋ ਸਰਵਣ ਕੀਤਾ ਹੈ ਉਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਗੌੜੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 193 ਤੇ ਸੁਭਾਇਮਾਨ ਹੈ। ਇਸੇ ਸ਼ਬਦ ਦਾ ਭਾਈ ਸਾਹਿਬ ਹੁਣਾਂ ਤੋਂ ਪਹਿਲਾਂ ਗੁਰਮੁਖ ਪਿਆਰਿਆਂ ਨੇ ਕੀਰਤਨ ਵੀ ਕੀਤਾ ਔਰ ਉਪਰੰਤ ਆਪ ਜੀ ਨੇ ਬੜੇ ਪਿਆਰ ਨਾਲ, ਭਾਵਨਾ ਨਾਲ, ਸ਼ਰਧਾ ਨਾਲ ਪਾਠ ਸਰਵਣ ਕੀਤਾ ਹੈ। ਹੁਣ ਸਮਾਂ ਆਇਆ ਇਸ ਸ਼ਬਦ ਨੂੰ ਵਿਚਾਰਨ ਦਾ। ਗੁਰੂ ਸਵਾਰਿਓ, ਵਿਚਾਰ ਦਵੱਲੀ ਖੇਡ ਹੈ। ਵਿਚਾਰ ਵਕਤੇ ਤੇ ਸਰੋਤਿਆਂ ਦਾ ਤਾਲਮੇਲ ਹੈ, ਆਪਸ ਵਿੱਚ ਜੋੜ ਬੈਠ ਜਾਣ ਵਾਲੀ ਗੱਲ ਹੈ। ਭਾਵ ਵਕਤਾ ਜਿਹੜਾ ਹੈ ਉਹ ਇੰਨਾ ਕਾਹਲਾ ਨਾ ਚੱਲੇ ਵੀ ਸਰੋਤੇ ਪਿੱਛੇ ਰਹਿ ਜਾਣ, ਔਰ ਸਰੋਤੇ ਇੰਨੇ ਸੁਸਤ ਨਾ ਰਹਿ ਜਾਣ ਬਈ ਵਕਤਾ ਦੂਰ ਨਿਕਲ ਜਾਏ। ਤੋ ਇੱਕ ਤਾਲਮੇਲ ਹੁੰਦਾ ਹੈ, ਥੋੜ੍ਹੀ ਜਿਹੀ ਕੋਸ਼ਿਸ਼ ਕੀਤਿਆਂ ਬਣ ਜਾਂਦਾ ਹੈ। ਆਓ ਆਪਾਂ ਸਾਰੇ ਰਲ ਕੇ ਗੁਰੂ ਚਰਨਾਂ 'ਚ ਅਰਦਾਸ ਕਰੀਏ ਵੀ ਹਜ਼ੂਰ ਇਹਨਾਂ ਬਚਨਾਂ ਦੀ ਸਾਨੂੰ ਸੂਝ ਬਖਸ਼ਿਸ਼ ਕਰ ਦਿਓ ਤਾਂ ਕਿ ਅਸੀਂ ਇਹਨਾਂ ਤੋਂ ਲਾਹਾ ਲੈ ਸਕੀਏ। ਸੁਰਤ ਬਿਰਤ ਗੁਰੂ ਚਰਨਾਂ ਵਿੱਚ ਜੋੜੋ। ਹੋ ਸਕੇ ਤੇ ਸੈੱਲ ਫੋਨ ਥੋੜ੍ਹੀ ਦੇਰ ਲਈ ਬੰਦ ਕਰ ਲੈ ਜਾਣ ਜਾਂ ਸਾਇਲੈਂਟ 'ਤੇ ਲਗਾ ਲੈ ਜਾਣ, ਬੜੀ ਮਿਹਰਬਾਨੀ ਹੋਵੇਗੀ। ਇੱਕ ਵਾਰੀ ਸਾਰੀ ਸੰਗਤ ਬੇਨਤੀ ਪ੍ਰਵਾਨ ਕਰੋ ਜੀ, ਰਸਨਾ ਪਵਿੱਤਰ ਕਰੋ ਤੇ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹਲਾ ਪੰਜਵਾ। ਹੇਠ ਲਿਖਿਆ ਸ਼ਬਦ ਗੌੜੀ ਰਾਗ ਵਿੱਚ ਗਾਇਨ ਕਰਨਾ ਹੈ ਔਰ ਇਹ ਪਵਿੱਤਰ ਸ਼ਬਦ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਪੁੰਜ ਔਰ ਸੱਚੇ ਪਾਤਸ਼ਾਹ ਬਾਣੀ ਕੇ ਬੋਹਿਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਪੰਜਵਾਂ ਇਸ ਗੱਲ ਦਾ ਲਖਾਇਕ ਹੈ। ਜਾ ਕੈ ਹਰ ਵਸਿਆ ਮਨ ਮਾਹੀ, ਤਾਕੋ ਦੁਖ ਸੁਪਨੈ ਭੀ ਨਾਹੀ। ਰਹਾਉ ਵਿਚਾਰਦੀਨ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਜਿਨ੍ਹਾਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਜਾਂ ਸੈਂਟਰਲ ਆਈਡੀਆ ਜਾਂ ਕਹੀਏ ਸਾਰਾਂਸ਼ ਮੌਜੂਦ ਹੋਇਆ ਕਰਦਾ ਹੈ, ਉਸ ਪਵਿੱਤਰ ਸ਼ਬਦ ਵਿੱਚ ਹਜ਼ੂਰ ਨੇ ਬਖਸ਼ਿਸ਼ ਕੀਤਾ ਹੈ ਵੀ ਜਿਸ ਸੇਵਕ ਦੇ ਮਨ ਵਿੱਚ ਪ੍ਰਮਾਤਮਾ ਵਸ ਜਾਏ ਉਸ ਨੂੰ ਦੁੱਖ ਜਾਗਦਿਆਂ ਕੀ ਆਉਣਾ ਉਹ ਤੇ ਬੜੀ ਦੂਰ ਦੀ ਗੱਲ ਏ, ਉਹਨੂੰ ਕਦੀ ਸੁਪਨੇ ਵਿੱਚ ਵੀ ਦੁੱਖ ਪ੍ਰਤੀਤ ਨਹੀਂ ਹੋਇਆ, ਮਹਿਸੂਸ ਨਹੀਂ ਹੋਇਆ। ਪਰ ਕਿਹਨੂੰ? ਜਿਹਦੇ ਮਨ ਵਿੱਚ ਪ੍ਰਮਾਤਮਾ ਵਸ ਗਿਆ। ਹੁਣ ਇਹ ਸਾਰੀ ਜਿਹੜੀ ਸਾਧਨਾ ਹੈ ਗੁਰਮਤਿ ਦੀ, ਭਾਵੇਂ ਤਨ ਨੂੰ ਮੁਖਾਤਬ ਹੋ ਕੇ ਕਿਤੇ ਕਿਤੇ ਬਚਨ ਕੀਤੇ ਨੇ, ਇਹਦਾ ਹਿੱਸਾ ਜੋ ਹੋਇਆ, ਪਰ ਜ਼ਿਆਦਾ ਗੱਲ ਮਨ ਦੀ ਕੀਤੀ ਹੈ। ਦੇਖੋ ਨਾ ਵੀ ਅਸੀਂ ਯਾਤਰਾ ਤੇ ਜਾਣਾ ਹੈ ਤੇ ਬੱਸ ਤਿਆਰ ਖੜੀ ਹੈ, ਸੰਗਤਾਂ ਵਾਰੀ-ਵਾਰੀ ਬੈਠ ਰਹੀਆਂ ਨੇ ਤੇ ਬੱਸ ਨੂੰ ਤੇ ਨਹੀਂ ਨਾ ਠੁੱਡਾ ਮਾਰ ਕੇ ਕਹਿਣਾ ਵੀ ਇਹਨਾਂ ਨੂੰ ਅਨੰਦਪੁਰ ਸਾਹਿਬ ਲੈ ਜਾਈਂ, ਉੱਥੋਂ ਕੀਰਤਪੁਰ ਸਾਹਿਬ ਦੇ ਵੀ ਦਰਸ਼ਨ ਕਰਾ ਦੇਈਂ ਤੇ ਪਹਾੜਾਂ ਦੇ ਵਿੱਚੋਂ ਦੀ ਰਵਾਲਸਰ ਵੀ ਲੈ ਜਾਈਂ, ਮੰਡੀ ਸਕੇਤ ਵੀ ਲੈ ਜਾਈਂ। ਨਾ, ਕਿਹਨੂੰ ਕਹਿਣਾ ਹੈ? ਡਰਾਈਵਰ ਨੂੰ ਕਹਿਣਾ ਹੈ ਵੀ ਮਿੱਤਰਾ ਤੇਰਾ ਇਹ ਰੂਟ ਹੈ, ਫਲਾਂ ਫਲਾਂ ਗੁਰਧਾਮਾਂ ਦੇ ਤੂੰ ਇਹਨੂੰ ਦਰਸ਼ਨ ਕਰਾਣੇ ਨੇ। ਤੇ ਜੇ ਡਰਾਈਵਰ ਨੂੰ ਤੇ ਦੱਸੀਏ ਨਾ ਤੇ ਬੱਸ ਨੂੰ ਵਾਰ-ਵਾਰ ਉਸ ਨਿਰਜੀਵ ਨੂੰ ਨਿਰਜਿੰਦ ਨੂੰ ਕਹੀਏ ਤੇ ਉਹ ਬੱਸ ਉਸ ਮੰਜ਼ਿਲ ਤੇ ਨਹੀਂ। ਇਹ ਸਾਡਾ ਸਰੀਰ ਇੱਕ ਕਨਵੈਂਸ ਹੈ, ਇੱਕ ਵਹੀਕਲ ਹੈ, ਇੱਕ ਸਾਧਨ ਹੈ, ਇਹਨੂੰ ਹੈਂਡਲ ਕਰਨ ਵਾਲਾ ਮਨ ਹੈ। ਇਸ ਵਾਸਤੇ ਬਾਣੀਕਾਰਾਂ ਨੇ ਮਨ ਦੇ ਉੱਤੇ ਬੜਾ ਜ਼ੋਰ ਦਿੱਤਾ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਔਰ ਇੱਕ ਥਾਂ ਤੇ ਨਹੀਂ, ਸੈਂਕੜੇ ਥਾਂ ਤੇ ਵੀ ਨਹੀਂ, ਜੇ ਕਹਿ ਦਈਏ ਹਜ਼ਾਰਾਂ ਥਾਵਾਂ ਤੇ ਕੋਈ ਅਤਕਥਨੀ ਨਹੀਂ, ਮਨ ਨੂੰ ਮੁਖਾਤਬ ਹੋਏ ਨੇ। ਇਸੇ ਮਨ ਨੂੰ ਦੂਜੇ ਸ਼ਬਦਾਂ 'ਚ ਸਾਧ ਸੰਗਤ ਜੀ ਆਪਾਂ ਗੁਰਬਾਣੀ ਦੀ ਸ਼ੈਲੀ 'ਚ ਸੁਰਤ ਵੀ ਕਹਿੰਦੇ ਆ, ਇਹਨੂੰ ਅਸੀਂ ਧਿਆਨ ਵੀ ਕਹਿੰਦੇ ਆ। ਤੁਸੀਂ ਬੜੀ ਵਾਰਾਂ ਉਹ ਕਥਾ ਸੁਣੀ ਹੋਵੇਗੀ ਵੀ ਜਦੋਂ ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੇਈ ਨਦੀ ਵਿੱਚ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਗਏ ਤੇ ਨਿੱਤ ਦੀ ਕਾਰ ਵਾਂਗੂ ਮਰਦਾਨਾ ਕੱਛੇ ਕੱਪੜੇ ਮਾਰ ਕੇ ਖਲੋ ਜਾਂਦਾ ਸੀ ਤੇ ਹਜ਼ੂਰ ਪਾਣੀ ਵਿੱਚ ਉਤਰ ਜਾਂਦੇ ਸਨ। ਔਰ ਇਸ਼ਨਾਨ ਕਰਨ ਤੋਂ ਬਾਅਦ ਬਾਹਰ ਆਉਣਾ ਤੇ ਬਾਹਰ ਆਉਣ ਤੋਂ ਬਾਅਦ ਦੀਵਾਨ ਸੱਜ ਜਾਣਾ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਬਖਸ਼ਿਸ਼ ਕਰਦੇ ਨੇ ਤੇ ਤੁਸੀਂ ਅਕਸਰ ਦੇਖਦੇ ਹੋ ਵੀ ਉਹ ਕੀਰਤਨ ਤੋਂ ਗੱਲ ਆਰੰਭ ਕਰਦੇ ਨੇ ਔਰ ਇਹ ਹੋ ਹੀ ਨਹੀਂ ਸਕਦਾ ਵੀ ਉਹ ਵਿਚਾਰ ਨਾ ਕਰਦੇ ਹੋਣ। ਵਿਚਾਰ ਤੇ ਉਹ ਜ਼ਰੂਰ ਕਰਦੇ ਹੋਣਗੇ। ਔਰ ਇੱਥੇ ਹੀ ਨਹੀਂ ਸਨ ਰੁਕਦੇ, ਜਿਹੜੀ ਬਾਣੀ ਉਤਰਦੀ ਸੀ ਉਹਨੂੰ ਲਿਖ ਵੀ ਲੈਂਦੇ ਸਨ। ਇਸੇ ਨੂੰ ਭਾਈ ਗੁਰਦਾਸ ਕਹਿੰਦੇ ਨੇ, ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾਧਾਰੀ। ਉਹਨਾਂ ਦੇ ਹੱਥ 'ਚ ਇੱਕ ਛੋਟਾ ਕੁੱਤੇ ਬਿੱਲੇ ਨੂੰ ਡਰਾਉਣ ਲਈ ਤੇ ਕੱਛ ਵਿੱਚ ਜਿਹੜੀ ਕਿਤਾਬ ਹੈ ਉਹਦੇ 'ਚ ਉਹਨਾਂ ਦੇ ਆਪਣੇ ਸ਼ਬਦ ਨੇ ਤੇ 15 ਭਗਤ ਸਾਹਿਬਾਨ ਦੀ ਜਿਹੜੀ ਬਾਣੀ ਉਹਨਾਂ ਨੇ ਸੰਗ੍ਰਹਿ ਕੀਤੀ ਹੈ ਉਹਨੂੰ ਉਹ ਤਾ ਉਮਰ ਆਪਣੀ ਹਿੱਕ ਦੇ ਨਾਲ ਲਾ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫਿਰਦੇ ਰਹੇ। ਕੱਪੜੇ ਇੱਕ ਜੋੜੀ ਗਲ 'ਚ ਤੇ ਇੱਕ ਜੋੜੀ ਝੋਲੇ 'ਚ, ਪਰ ਜਿਹੜੀ ਬਾਣੀ ਹੈ ਉਹਨੂੰ ਸਾਰੀ ਉਮਰ ਹਿੱਕ ਨਾਲ ਲਾਈ ਰੱਖਿਆ। ਤੇ ਲਹਿਣੇ ਨੂੰ ਜਦੋਂ ਆਪਣਾ ਉੱਤਰਾਧਿਕਾਰੀ ਥਾਪਿਆ ਤੇ ਆਖਿਆ, ਲੈਣਿਆ ਇੱਥੇ ਕਰਤਾਰਪੁਰ ਸਾਹਿਬ ਦੇ ਡੇਰੇ ਤੇ ਦਰੀਆਂ, ਖੇਸ, ਪਰਾਤਾਂ, ਚੰਗੇਰ, ਟੱਬ, ਕੌਲੀਆਂ, ਥਾਲੀਆਂ, ਗਲਾਸ ਬੜੇ ਇਕੱਠੇ ਹੋ ਗਏ ਨੇ। ਮੇਰੇ ਪੁੱਤਰਾਂ ਦੀ ਸਾਰੀ ਸੁਰਤ ਸਮਾਨ ਆਲੀ, ਡੇਰੇ ਆਲੀ, ਵੀ ਪਿਓ ਕਦੋਂ ਅੱਖਾਂ ਮੀਟੇ ਤੇ ਅਸੀਂ ਵੰਡੀਏ, ਇੱਥੇ ਨਾ ਟਿਕੀ, ਚੱਲ ਖਡੂਰ, ਰਿਜ਼ਕ ਤੇਰੇ ਪਿੱਛੇ ਪਿੱਛੇ ਉੱਥੇ ਆ ਜਾਏਗਾ। ਹਾਂ, ਆ ਜਿਹੜੀ ਤੈਨੂੰ ਮੈਂ ਪੋਥੀ ਸੌਂਪੀ ਏ, ਇਸ ਪੋਥੀ ਵਿੱਚੋਂ ਗੁਰਬਾਣੀ ਨੂੰ ਵਿਚਾਰਨ ਵਾਲੇ ਤੇ ਗਾਉਣ ਵਾਲਿਆਂ ਨੂੰ ਇੰਜ ਰੱਖੀ
ਜਿਵੇਂ 32 ਦੰਦਾਂ ਦੇ ਵਿੱਚ ਜੀਭ ਨੂੰ ਸੰਭਾਲ ਕੇ ਰੱਖੀਦਾ। ਇਹ ਕੌਲੀਆਂ ਗਲਾਸਾਂ ਵੱਲ ਨਾ ਵੇਖ, ਇਹ ਤੂੰ ਜਿੱਥੇ ਜਾਏਗਾ ਤੇਰੇ ਪਿੱਛੇ ਪਿੱਛੇ ਆ ਜਾਣਗੇ, ਰਿਜ਼ਕ ਪਿੱਛੇ ਪਿੱਛੇ ਆ ਜਾਏਗਾ। ਔਰ ਗੁਰੂ ਸਵਾਰਿਓ, ਜਿਹੜੀ ਮੈਂ ਅਰਜ਼ ਕਰ ਰਿਹਾ ਸਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਸਤਸੰਗ ਕਰਦੇ ਨੇ ਸੁਲਤਾਨਪੁਰ ਲੋਧੀ। ਅੱਜ ਹਜ਼ੂਰ ਉਤਰੇ ਨੇ, ਵਾਪਸ ਨਹੀਂ ਆਏ। ਰੌਲਾ ਪੈ ਗਿਆ। ਸਾਖੀ ਬੜੀ ਵਾਰਾਂ ਸੁਣੀ ਹੈ, ਮੈਂ ਮੁਕਤਸਰ ਅਰਜ਼ ਕਰਾਂ। ਫਿਰ ਮਹਾਰਾਜ ਬਾਹਰ ਆਏ ਤੇ ਨਿਕਲਦਿਆਂ ਸਾਰ ਸ਼ਮਸ਼ਾਨ ਵਿੱਚ ਜਾ ਕੇ ਬੈਠ ਗਏ। ਇਹ ਪ੍ਰਤੀਕ ਨੇ ਕਹਾਣੀਆਂ, ਬਈ ਮੈਂ ਸੱਚ ਦਾ ਹੋਕਾ ਦੇਣ ਲਈ ਤੁਰਨ ਲੱਗਾ, ਤੇ ਜੇ ਸੱਚ ਦਾ ਹੋਕਾ ਦੇਣ ਲਈ ਤੁਰਨਾ ਹੋਵੇ ਨਾ, ਤੇ ਲੋਕੀ ਸ਼ਮਸ਼ਾਨ ਚੁੱਕ ਕੇ ਲਿਆਉਣ, ਨਹੀਂ ਆਪਣੇ ਆਪ ਹੀ ਆ ਜਾਓ, ਆਪਣੇ ਆਪ ਨੂੰ ਮਾਰ ਲਓ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਨਕਾ ਤੋ ਆਓ, ਆਪਣੇ ਹੱਥੀਂ ਆਪਣੇ ਸਿਰ ਤੇ ਕਫਨ ਬੰਨ ਲਓ, ਜਾਂ 5-7 ਮੀਟਰ ਲੈ ਕੇ ਕੱਪੜਾ ਤੇ ਸਰਾਣੇ ਥੱਲੇ ਰੱਖ ਛੱਡੋ, ਬਈ ਮੈਂ ਹੁਣ ਸੱਚ ਵਾਲੇ ਪਾਸੇ ਤੁਰਨਾ ਹੈ, ਤੇ ਇਹ ਘਟਨਾ ਤੇ ਕਿਤੇ ਵੀ ਵਾਪਰ ਸਕਦੀ ਹੈ। ਔਰ ਉੱਥੇ ਹਜ਼ੂਰ ਬਚਨ ਕਰਨ, ਨਾ ਕੋ ਹਿੰਦੂ ਨਾ ਮੁਸਲਮਾਨ, ਜਿਨ ਕਹੇ ਹਰ ਵਸਿਆ ਮਨ ਮਾਹੀ, ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਵਸ ਗਿਆ, ਉਹਨਾਂ ਨੂੰ ਸੁਪਨੇ 'ਚ ਵੀ ਦੁੱਖ ਨਹੀਂ ਹੁੰਦਾ। ਮੈਂ ਇਹਨੂੰ ਐਕਸਪਲੇਨ ਕਰ ਰਿਹਾ, ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ। ਹਜ਼ੂਰ ਇੱਕ ਉਂਗਲੀ ਖੜੀ ਕਰਕੇ ਕਹਿੰਦੇ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ। ਤੇ ਦੌਲਤ ਖਾਨ ਨੂੰ ਖਬਰ ਹੁੰਦੀ ਹੈ, ਉਹ ਸ਼ਮਸ਼ਾਨ 'ਚ ਪਹੁੰਚਦਾ, ਜੀ ਤੁਹਾਡੇ ਮਨ 'ਚ ਕੋਈ ਵਿਤਕਰਾ ਨਹੀਂ ਹਿੰਦੂ ਮੁਸਲਮਾਨ ਦਾ? ਮਹਾਰਾਜ ਕਹਿਣਗੇ ਮੇਰੇ ਮਨ 'ਚ ਕੋਈ ਵਿਤਕਰਾ ਨਹੀਂ, ਜੇ ਨਹੀਂ ਤੇ ਮਸੀਤ ਵਿੱਚ ਜਮਾਤੀ ਨਮਾਜ਼ ਸਾਡੇ ਨਾਲ ਪੜ੍ਹ। ਹਜ਼ੂਰ ਕਹਿਣ ਲੱਗੇ ਮੈਂ ਪੜਾਂਗਾ। ਕਦੋਂ ਪੜ੍ਹਨੀ ਹੈ? ਵਕਤ ਦੇ ਦਿੱਤਾ। ਲੋਕ ਨਮਾਜ਼ੀ ਪਹੁੰਚ ਗਏ, ਹਜ਼ੂਰ ਵੀ ਪਹੁੰਚ ਗਏ। ਮੁਸਲਮਾਨ ਤੇ ਗਏ, ਹਿੰਦੂ ਇਸ ਕਰਕੇ ਗਏ ਵੀ ਕੀ ਸੱਚੀ ਮੁੱਚੀ ਗੁਰੂ ਨਾਨਕ ਨਮਾਜ਼ ਪੜ੍ਹੇਗਾ? ਉੱਥੇ ਤਾਂਤਾ ਲੱਗ ਗਿਆ। ਹੁਣ ਇਸਲਾਮ ਵਿੱਚ ਡਿਸਿਪਲਿਨ ਬੜਾ ਹੈ, ਅਨੁਸ਼ਾਸਨ ਬੜਾ ਹੈ। ਮੈਂ ਅਕਸਰ ਕਹਿੰਦਾ ਹੁੰਦਾ, ਮੈਂ ਮੁਤੱਸਰ ਹਾਂ, ਪ੍ਰਭਾਵਿਤ ਹਾਂ ਉਹਨਾਂ ਦੇ ਡਿਸਿਪਲਿਨ ਤੋਂ। ਅਨੁਸ਼ਾਸਨ ਦੇ ਮਾਮਲੇ 'ਚ ਸਭ ਤੋਂ ਅੱਗੇ ਉੱਚੇ ਪਾਏਦਾਨ ਤੇ ਮੁਸਲਮਾਨ ਖੜੇ ਨੇ, ਔਰ ਸਭ ਤੋਂ ਹੇਠਲੇ ਪਾਏਦਾਨ ਤੇ ਸਿੱਖ ਖੜੇ ਨੇ। ਇਹ ਮੈਨੂੰ ਮਾਫ ਵੀ ਕਰ ਦੇਣਾ। ਅਨੁਸ਼ਾਸਨ ਦੇ ਮਾਮਲੇ 'ਚ, ਡਿਸਿਪਲਿਨ ਦੇ ਮਾਮਲੇ 'ਚ ਇਹ ਭੁੱਲ ਜਾਂਦੇ ਆ ਵੀ ਸਤ ਸੰਗਤ ਸਤਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਇਹ ਸਕੂਲ ਹੈ। ਇੱਥੇ ਕੋਈ ਅਧਿਆਪਕ ਦਾ ਰੋਲ ਕਰ ਰਿਹਾ ਹੈ, ਕੋਈ ਵਿਦਿਆਰਥੀ ਦਾ ਕਰ ਰਿਹਾ ਹੈ, ਕੋਈ ਪੀਐਨ ਦਾ ਕਰ ਰਿਹਾ ਹੈ, ਔਰ ਇਹਦਾ ਵੀ ਬਕਾਇਦਾ ਇੱਕ ਅਨੁਸ਼ਾਸਨ ਹੈ। ਦੇਖੋ, ਇਹ ਨਹੀਂ ਵੀ ਮੈਂ ਕਥਾ ਕਰ ਰਿਹਾ ਤੇ ਕੋਈ ਡਿਸਟਰਬੈਂਸ ਹੋਈ ਹੈ ਤੇ ਮੈਂ ਅੱਗ ਬਬੂਲਾ ਹੋ ਜਾ, ਨਹੀਂ ਹੋਣਾ ਚਾਹੀਦਾ। ਪਰ ਗੁਰਮੁਖੋ, ਇਹ ਵੀ ਤੇ ਕੋਈ ਗੱਲ ਨਹੀਂ ਨਾ ਵੀ ਸੰਗਤ ਵਿੱਚ ਆ ਕੇ ਡਿਸਟਰਬੈਂਸ ਹੋਣੀ ਹੈ, ਜਾਂ ਤੁਸੀਂ ਪਰਖਣਾ ਵੀ ਇਹਦੀ ਪੇਸ਼ੈਂਸ ਕਿੰਨੀ ਕੁ ਹੈ। ਚਲੋ 1 ਵਾਰ ਹੋਇਆ, 2 ਵਾਰ ਹੋਇਆ, 4 ਵਾਰ ਹੋਇਆ, ਤੇ ਜੇ ਕੋਈ ਮਨਸੂਬਾ ਹੀ ਬਣਾ ਲਿਆ ਵੀ ਇਹ ਕੋਈ ਕੰਮ ਕਰਨਾ ਹੈ, ਤੇ ਫਿਰ ਇਹ ਗੱਲ ਤੇ ਕੋਈ ਬਹੁਤੀ ਵਧੀਆ ਨਹੀਂ। ਇਹਦੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਗਿਆ ਨਹੀਂ ਦਿੰਦੇ, ਕਿਉਂਕਿ ਸਾਰੀ ਗੱਲ ਮੰਨਦੀ ਹੈ, ਸਾਰੀ ਗੱਲ ਇਕਾਗਰਤਾ ਦੀ ਹੈ। ਖੈਰ, ਜਦੋਂ ਸੱਚੇ ਪਾਤਸ਼ਾਹ ਇਹ ਬਚਨ ਕੀਤਾ ਵੀ ਮੈਂ ਨਮਾਜ਼ ਪੜਾਂਗਾ, ਲੋਕ ਇਕੱਠੇ ਹੋ ਗਏ, ਇਹ ਸਾਰੇ ਮੁਸਲਮਾਨ ਕਤਾਰਾਂ 'ਚ ਖੜੇ ਹੋ ਗਏ। ਹੁਣ ਹਜ਼ਰ ਸਾਹਿਬ ਦਾ ਹੁਕਮ ਹੈ ਵੀ ਸਵੇਰ ਦੀ ਨਮਾਜ਼ ਵਿੱਚ ਕੁਰਾਨ ਸ਼ਰੀਫ ਦੀਆਂ ਫਲਾਂ ਆਇਤਾਂ ਦੇ ਫਲਾਂ ਸਿਤਾਰੇ ਪੜ੍ਹਨੇ ਨੇ। ਦੂਜੇ ਨੰਬਰ 'ਚ ਇਹ, ਤੀਜੇ 'ਚ ਇਹ, ਜਿਵੇਂ ਸਵੇਰੇ ਅੰਮ੍ਰਿਤ ਵੇਲੇ ਜਪਜੀ ਜਾਪ ਸਵਈਏ ਚੌਪਈ ਨਾਨਕ ਸਾਹਿਬ ਰਹਿ ਰਾਸਤੇ 16, ਇਸ ਤਰ੍ਹਾਂ ਵੰਡ ਬਣੀ ਹੈ। ਉਹ ਨਾਲੇ ਪੜ੍ਹਨ ਤੇ ਨਾਲੇ ਉਹ ਸਿਜਦੇ ਵਿੱਚ ਜਾਣ, ਘੁਟਨਿਆਂ ਤੇ ਹੱਥ ਰੱਖਣ, ਬੈਠਣ ਉੱਠਣ। ਹਜ਼ੂਰ ਗੁਰੂ ਨਾਨਕ ਅਡੋਲ ਬਾਹਾਂ ਲਮਕਾ ਕੇ ਖੜੇ ਰਹੇ। ਪੈਨੀ ਅੱਖ ਨਾਲ ਵੇਖ ਲੈਣ ਵੀ ਗੁਰੂ ਨਾਨਕ ਤੇ ਨਮਾਜ਼ ਕੋ ਨਹੀਂ ਪੜ੍ਹਦਾ। ਛੇਤੀ ਨਮਾਜ਼ ਮੁਕਾ ਕੇ ਤੇ ਕਹਿਣ ਲੱਗੇ ਜੇ ਨਮਾਜ਼ ਨਹੀਂ ਸੀ ਪੜ੍ਹਨੀ ਤੇ ਇਸਲਾਮ ਦੀ ਤੋਹੀਨ, ਕਿਉਂਕਿ ਆਉਣਾ ਹੀ ਨਹੀਂ ਸਾਜੇ, ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ? ਤੇ ਹਜ਼ੂਰ ਜਿਸ ਤਰ੍ਹਾਂ ਵਿਅੰਗ ਦੇ ਨਾਲ ਪ੍ਰਚਾਰ ਕਰਦੇ ਸਨ, ਉਸੇ ਤਰ੍ਹਾਂ ਵਿਅੰਗ ਨਾਲ ਖਿੜੇ ਮੱਥੇ ਹੱਸਦਿਆਂ ਮੁਸਕਰਾਉਂਦਿਆਂ ਕਹਿਣ ਲੱਗੇ ਤੁਸੀਂ ਨਹੀਂ ਪੜ੍ਹੀ, ਇਸ ਕਰਕੇ ਮੈਂ ਵੀ ਨਹੀਂ ਪੜ੍ਹੀ। ਹੱਦ ਹੋ ਗਈ ਏ, ਸਾਰੇ ਸਮਾਜ ਦੇ ਸਾਹਮਣੇ ਨਮਾਜ਼ ਪੜ੍ਹੀ ਏ, ਤੁਸੀਂ ਕਿਵੇਂ ਕਹਿੰਦੇ ਹੋ ਅਸੀਂ ਨਹੀਂ ਪੜ੍ਹੀ? ਆਖਣ ਲੱਗੇ ਤਨ ਨੇ ਪੜ੍ਹੀ ਏ, ਮਨ ਨੇ ਨਹੀਂ ਪੜ੍ਹੀ। ਮਨ ਕਿੱਥੇ ਸੀ? ਹਜ਼ੂਰ ਕਹਿਣ ਲੱਗਾ ਖਾਨ, ਜਦੋਂ ਤੂੰ ਸਿਜਦੇ ਵਿੱਚ ਸੈਂ, ਅਚਾਨਕ ਤੈਨੂੰ ਯਾਦ ਆਇਆ ਬਈ ਓਹੋ, ਅੱਜ ਤੇ ਤੜਕਸਾਰ ਇੱਥੋਂ ਮੈਂ ਘੋੜਾ ਛੇੜ ਕੇ ਤੇ ਤੁਰਨਾ ਸੀ, ਕਾਬਲ ਪਹੁੰਚਣਾ ਸੀ। ਉੱਥੇ ਘੋੜਿਆਂ ਦੀ ਮੰਡੀ ਏ, ਅੱਛੀ ਨਸਲ ਦੇ ਚੰਗੇ ਘੋੜੇ ਖਰੀਦ ਕੇ ਹਿੰਦੁਸਤਾਨ ਲਿਆ ਕੇ ਵੇਚਣੇ ਸਨ। ਉਹ ਤੇ ਦਿਮਾਗ ਚੋਂ ਨਿਕਲ ਗਿਆ, ਬੜਾ ਘਾਟਾ ਪੈ ਗਿਆ। ਉਦੋਂ ਮਗਰੋਂ ਤੂੰ ਨਮਾਜ਼ ਨਹੀਂ ਅਤਾ ਕਰ ਸਕਿਆ, ਤੇਰੀ ਸੁਰਤ ਖਿੰਡ ਗਈ ਸੀ, ਤੂੰ ਡਿਸਟਰਬ ਹੋ ਗਿਆ ਸੈ, ਤੇਰਾ ਤਨ ਉਠਕ ਬੈਠਕ ਕਰਦਾ ਰਿਹਾ, ਤੇਰੀ ਸੁਰਤ ਨੇ ਕੋਈ ਨਮਾਜ਼ ਨਹੀਂ ਪੜ੍ਹੀ। ਤਮਕ ਕੇ ਕਾਜੀ ਕਹਿਣ ਲੱਗਾ ਮੇਰੇ ਨਾਲ ਪੜ੍ਹ ਲੈਂਦੇ। ਹਜ਼ੂਰ ਕਹਿਣ ਲੱਗੇ ਟੱਕਿਆ ਰਹੋ, ਤੂੰ ਵੀ ਇੱਥੇ ਕੋਈ ਨਹੀਂ ਸੈ। ਆਖਣ ਲੱਗਾ ਜੀ ਮੈਂ ਕਿੱਥੇ ਸਾਂ? ਹਜ਼ੂਰ ਕਹਿਣ ਲੱਗੇ ਤੇਰੀ ਤਾਜੀ ਘੋੜੀ ਸੂਈ ਹੈ, ਔਰ ਉਹਦਾ ਵਿਸ਼ੇਰਾ ਜਿਹੜਾ ਆਉਣ ਲੱਗਿਆ ਤੈਨੂੰ ਬੰਨਣਾ ਚੇਤਾ ਨਹੀਂ ਰਿਹਾ। ਤੇਰੇ ਘਰ ਦੇ ਵਿੱਚ ਖੂਹ ਹੈ,
ਔਰ ਤੇਰੇ ਮਨ ਵਿੱਚ ਇਹ ਵਿਚਾਰ ਆ ਗਈ ਵੀ ਮੈਂ ਵਿਸ਼ੇਰਾ ਬੰਨ ਕੇ ਨਹੀਂ ਆਇਆ, ਹੋਵੇ ਨਾ ਮੇਰਾ ਵਿਸ਼ੇਰਾ ਖੂਹ ਵਿੱਚ ਡਿੱਗ ਕੇ ਨਾ ਮਰ ਹਾਜ਼ਰ ਤੂੰ ਵੀ ਕੋਈ ਨਹੀਂ ਸੀ। ਗੱਲ ਇੱਥੇ ਹੀ ਨਹੀਂ ਬਸ ਹੋਈ, ਕਮਾਲ ਤੇ ਉਦੋਂ ਹੋ ਗਈ ਜਦੋਂ ਇੱਕ ਰਾਜਨੇਤਾ ਤੇ ਇੱਕ ਧਾਰਮਿਕ ਆਗੂ ਦੋਵੇਂ ਗੁਰੂ ਨਾਨਕ ਦੇ ਚਰਨਾਂ ਤੇ ਡਿੱਗ ਪਏ ਤੇ ਉਹਨਾਂ ਇਹ ਗੱਲ ਐਕਸੈਪਟ ਕੀਤੀ, ਆਖਣ ਲੱਗੇ ਗੁਰੂ ਨਾਨਕ ਸੱਚ ਦਸੀਏ ਅੱਜ ਨਹੀਂ, ਅਸੀਂ ਰੋਜ਼ ਹੀ ਡਿਸਟਰਬ ਹੁੰਨੇ, ਆਖੋ ਸਤਨਾਮ ਸ੍ਰੀ। ਜੇ ਤਰੁੱਠੇ ਹੋ ਤਰਸ ਆ ਗਿਆ ਜੇ ਤੇ ਅੱਜ ਸਾਨੂੰ ਦੱਸ ਜੋ ਬਈ ਇਹ ਇਕਾਗਰ ਕਿਵੇਂ ਹੁੰਦਾ ਹੈ। ਹਜ਼ੂਰ ਨੇ ਦੱਸਿਆ, ਕਹਿਣ ਲੱਗੇ ਸੁਨੋ ਖਾਨ ਦੈ ਕਾਨ ਪ੍ਰਬਲ ਮਨ ਲੋਲ ਹੈ, ਜਾਂ ਕੋ ਰੋਕਨ ਕਠਿਨ ਰੁਕੇ ਤਾਂ ਅਮੋਲ ਹੈ, और बिन रोके सब फोक पठन पुन सुनन ज्यो, हो प्रेम ना उपजत हृदय रहे बिन गुणन स्यों, पारद अंगरी तरह स्थिर क्यों होत है, करे प्रयत्न अनेक सुवैर अदोत है, जब सिद्ध मिल जात मार थिर करत है, हो त्यों मन सतगुर मिले अस्थिरता तरत है। सतगुर शब्द सौर तरह ते दीजिए, और कष्ट नरक को कसा दिखावन कीजिए, विषय निवृत्ति करन सो कब का जानिए, हो मन तरंग इਉਂ लखो ਕਰਨ ਵਸ ਠਾਨੀ ਹੈ। ਖਾਨ ਜੀ ਕੰਨ ਦੇ ਕੇ ਸੁਣੋ, ਮਨ ਬੜਾ ਤਾਕਤਵਰ ਹੈ ਔਰ ਬੜਾ ਚੰਚਲ ਹੈ, ਇਹਨੂੰ ਰੋਕਣਾ ਨਾਮੁਮਕਿਨ ਤੇ ਨਹੀਂ ਪਰ ਆਸਾਨ ਵੀ ਨਹੀਂ, ਇਹਦੇ ਨਾਲ ਘੁਲਣਾ ਪੈਂਦਾ ਹੈ, ਇਹਦੇ ਨਾਲ ਮਸ਼ੱਕਤ ਕਰਨੀ ਪੈਂਦੀ ਹੈ। ਜਿਸ ਤਰ੍ਹਾਂ ਤੁਸੀਂ ਕਿਸੇ ਬੱਚੇ ਨੂੰ ਪੜ੍ਹਾਉਣਾ ਹੈ ਤੇ ਗੁਰਮੁਖ ਪਿਆਰਿਓ ਤੁਸੀਂ ਸਾਰੀ ਤਪੱਸਿਆ ਵੇਖੋ, ਮਾਂ ਪਿਓ ਦੀ ਕਿੰਨੀ ਵੱਡੀ ਤਪੱਸਿਆ। ਸਵੇਰੇ ਉੱਠਣਾ ਹੈ, ਉਹਨੂੰ ਤਿਆਰ ਕਰਨਾ ਹੈ, ਡਰੈਸ ਪਾਣੀ ਹੈ, ਟਿਫਨ ਤਿਆਰ ਕਰਨਾ ਹੈ, ਸਾਰਾ ਕੁਝ ਕਰਕੇ ਤੇ ਫਿਰ ਇੱਕ ਦਿਨ 2 ਦਿਨ ਨਹੀਂ, ਲਗਾਤਾਰ। ਹੁਣ +2 ਹੋ ਗਈ ਹੈ, ਹੁਣ ਅੱਗੋਂ ਚੂਜ਼ ਕਰਨਾ ਮੈਡੀਕਲ 'ਚ ਨੌਨ ਮੈਡੀਕਲ ਕਿੱਥੇ ਜਾਣਾ, ਕਿੱਡੀ ਵੱਡੀ ਤਪੱਸਿਆ। ਲਗਾਤਾਰ ਲਗਾਤਾਰ ਮਸ਼ੱਕਤ ਹੈ, ਲਗਾਤਾਰ ਮਸ਼ੱਕਤ ਹੈ, ਔਰ ਪ੍ਰਾਈਮ ਟਾਈਮ ਜ਼ਿੰਦਗੀ ਦਾ ਬੱਚਿਆਂ ਦਾ ਇਹਦੇ ਵਿੱਚ ਲੰਘ ਜਾਂਦਾ। ਫਿਰ ਜਾ ਕੇ ਉਹਨਾਂ ਦੇ ਹੱਥ 'ਚ ਕੋਈ ਡਿਗਰੀ ਜਾਂ ਮਾਸਟਰ ਡਿਗਰੀ ਆਉਂਦੀ ਹੈ ਤੇ ਅਸੀਂ ਫਖਰ ਨਾਲ ਕਹਿੰਦੇ ਹਾਂ ਵੀ ਮੇਰਾ ਬੇਟਾ ਡਾਕਟਰ ਹੈ, ਮੇਰੀ ਬੇਟੀ ਇੰਜੀਨੀਅਰ ਹੈ, ਮੇਰਾ ਬੇਟਾ ਪਾਇਲਟ ਹੈ। ਹਾਂਜੀ, ਉਹਦੇ ਵਾਸਤੇ ਉਹਦੇ ਪਿੱਛੇ ਇੱਕ ਮਸ਼ੱਕਤ ਹੈ, ਲਗਾਤਾਰ ਮਨ ਨਾਲ ਘੁਲਣਾ ਪੈਂਦਾ ਹੈ। ਔਰ ਅਸੀਂ ਕਹਿੰਦੇ ਹਾਂ ਬਈ ਅਸੀਂ ਬਦਲੇ ਵਿੱਚ ਕੁਝ ਮਾਇਆ ਦੇ ਦਈਏ, ਲੰਗਰ ਲਾ ਦਈਏ, ਸ੍ਰੀ ਅਖੰਡ ਪਾਠ ਸਾਹਿਬ ਕਰਾ ਦਈਏ ਤੇ ਉਹ ਸਾਨੂੰ ਪ੍ਰਾਪਤ ਹੋ ਜਾਏ। ਹਜ਼ੂਰ ਕਹਿੰਦੇ ਨੇ ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸੋਨਾ ਨਹੀਂ, ਚਾਂਦੀ ਨਹੀਂ, ਰੁਪਈਏ ਨਹੀਂ, ਮਿੱਤਰਾ ਮਨ ਦੇਣਾ ਪੈਂਦਾ। ਸੀਸ ਦੇਣ ਤੋਂ ਵੀ ਸੈਂਸ ਇਹ ਸੀ, ਸਤਿਗੁਰ ਆਗੇ ਸੀਸ ਭੇਟ ਦਿਓ, ਸੈਂਸ ਆਪਾ ਸਮਰਪਣ ਕਰਨਾ। ਸਥੂਲ ਸੀਸ ਵੱਢ ਕੇ ਅੱਗੇ ਰੱਖਣ ਦੀ ਗੱਲ ਨਹੀਂ, ਜੇ ਤੁਸੀਂ ਸਹੀ ਤਰ੍ਹਾਂ ਗੁਰਬਾਣੀ ਨੂੰ ਅੰਡਰਸਟੂਡ ਕਰੋ ਤੇ। ਮੈਂ ਇਹ ਵੀ ਅਰਜ਼ ਕਰਦੇ ਹਾਂ, ਸੁਨੋ ਖਾਨ ਦੇ ਕਾਨ ਪ੍ਰਬਲ ਮਨ ਲੋਲ ਹੈ, ਜਾਂ ਕੋ ਰੋਕਨ ਕਠਿਨ ਰੁਕੇ ਤਾਂ ਅਮੋਲ ਹੈ, ਬਿਨ ਰੋਕੇ ਸਭ ਫੋਕ। ਤਨ ਬੈਠਾ ਹੈ, ਮਨ ਹੋਰ ਕਿਤੇ ਹੈ, ਤੇ ਫਿਰ ਦਮਦਮਾ ਸਾਹਿਬ ਵਾਲੀ ਸਾਖੀ ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ ਹੋ ਜਾਂਦੇ ਨੇ। ਸਤਗੁਰ ਏਮ ਨਾ ਪਾਈਏ, ਨਾ ਨੇੜੇ ਨਾ ਦੂਰ, ਨਾਨਕ ਸਤਗੁਰ ਤਾਂ ਮਿਲੇ ਜਾਂ ਮਨ ਰਹੇ ਹਜ਼ੂਰ। ਮਨ ਦੀ ਹਾਜ਼ਰੀ, ਬਿਨ ਰੋਕੇ ਸਭ ਫੋਕ ਪਠਨ ਪੁੰਨ ਸੁਣਨ ਜਿਉਂ, ਕਿਉਂਕਿ ਗੱਲ ਅੱਜ ਮਨ ਦੀ ਹੋ ਰਹੀ ਹੈ। ਜਿਨ੍ਹਾਂ ਨੇ ਮਨ ਵਿੱਚ ਉਹਨੂੰ ਵਸਾ ਲਿਆ, ਜਾਗਦਿਆਂ ਕਿ ਸੁਪਨੇ ਵਿੱਚ ਵੀ ਦੁੱਖ ਨਹੀਂ ਆਉਂਦਾ। ਹੁਣ ਉਹ ਮਨ ਵਿੱਚ ਕਿਵੇਂ ਵਸੇ, ਅਸੀਂ ਥੋੜਾ ਜਿਹਾ ਸਮਝ ਲਈਏ। ਬਿਨ ਰੋਕੇ ਸਭ ਫੋਕ ਪਠਨ ਪੁੰਨ ਸੁਣਨ ਜਿਉਂ, ਹੋ ਪ੍ਰੇਮ ਨਾ ਉਪਜਤ ਹਿਰਦੈ। ਜਦੋਂ ਮਨ ਨੂੰ ਨਹੀਂ ਟਿਕਾਇਆ, ਮਨ ਨੂੰ ਨਹੀਂ ਰੋਕਿਆ, ਇਹਦੇ ਨਾਲ ਘੁਲਿਆ ਨਹੀਂ, ਤੇ ਫਿਰ ਸਭ ਫੋਕਟ ਹੈ। ਪ੍ਰੇਮ ਨਾ ਉਪਜਤ ਹਿਰਦੈ ਰਹੇ ਬਿਨ ਗੁਣਨ ਸਿਉ, ਮਨੁੱਖ ਗੁਣਾਂ ਤੋਂ ਵਾਂਝਾ ਰਹਿ ਜਾਂਦਾ। ਪਾਰਦ ਅੰਗੁਰੀ ਤਰ੍ਹਾਂ, ਪਾਰਾ ਉਂਗਲੀ ਥੱਲੇ ਨਹੀਂ ਟਿਕਦਾ, ਪਰ ਜਦੋਂ ਸਿੱਧ ਮਿਲ ਜਾਏ ਕੱਚੇ ਪਾਰੇ ਨੂੰ ਜਿਹੜਾ ਨਿਗਲ ਜਾਈਏ ਤੇ ਮਨੁੱਖ ਫੁੱਟ ਜਾਂਦਾ ਹੈ, ਬਲੱਡ ਪਾਣੀ ਬਣ ਜਾਂਦਾ। ਉਸੇ ਪਾਰੇ ਨੂੰ ਮਾਰ ਕੇ ਉਹ ਔਸ਼ਧੀ ਬਣਾ ਦਿੰਦੇ ਨੇ। ਸੱਪ ਕਿਸੇ ਨੂੰ ਡਸ ਲਏ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ, ਪਰ ਸੱਪ ਦੇ ਡਸੇ ਨੂੰ ਜਿਹੜਾ ਇੰਜੈਕਸ਼ਨ ਲੱਗਦਾ, ਸੱਪ ਦੇ ਹੀ ਜ਼ਹਿਰ ਤੋਂ ਉਹ ਇੰਜੈਕਸ਼ਨ ਤਿਆਰ ਕੀਤਾ ਜਾਂਦਾ। ਮਨ ਸਾਨੂੰ ਨਿਵਾਨ ਵੱਲ ਲਿਜਾਂਦਾ ਹੈ, ਪਰ ਇਸ ਮਨ ਨੂੰ ਹੀ ਜਿੱਦਣ ਕਾਬੂ ਕਰ ਲਿਆ, ਇਹ ਸਾਨੂੰ ਉਚਾਨ ਵੱਲ ਵੀ ਲੈ ਕੇ ਜਾਏਗਾ। ਪਾਣੀ ਕਰਕੇ ਚਿੱਕੜ ਬਣਦਾ ਹੈ, ਚਿੱਕੜ ਨਾਲ ਹੱਥ ਲਿਬੜ ਗਿਆ, ਹੁਣ ਇਸ ਚਿੱਕੜ ਨੂੰ ਧੋਵੇਗਾ ਵੀ ਪਾਣੀ ਹੋਈ। ਚਿੱਕੜ ਕ੍ਰੀਏਟ ਵੀ ਪਾਣੀ ਨੇ ਕੀਤਾ ਹੈ, ਚਿੱਕੜ ਨੂੰ ਸਾਫ਼ ਵੀ ਪਾਣੀ ਨਹੀਂ ਕਰਨਾ ਹੈ। ਮਨ ਹੀ ਨਿਮਾਨ ਵੱਲ ਲਿਜਾਂਦਾ ਹੈ, ਪਰ ਜਦੋਂ ਇਹਨੂੰ ਅਸੀਂ ਕਾਬੂ ਕਰ ਲਿਆ ਗੁਰੂ ਦੀ ਦੱਸੀ ਕਾਰ ਮੁਤਾਬਕ, ਇਸੇ ਮਨ ਨੂੰ ਸਾਨੂੰ ਉਚਾਨ ਵਾਲੇ ਪਾਸੇ ਵੀ ਲੈ ਜਾਣਾ। ਜਬੇ ਸਿੱਧ ਮਿਲ ਜਾਤ ਮਾਰ ਥਿਰ ਕਰਤਾ ਹੈ, ਹੋ ਤਿਉਂ ਮਨ ਸਤਗੁਰ ਮਿਲੇ ਅਸਥਿਰਤਾ ਤਰਤ ਹੈ, ਟਿਕ ਜਾਂਦਾ ਹੈ। ਫਿਰ ਕਹਿੰਦੇ ਨੇ ਸਤਗੁਰ ਸ਼ਬਦ ਸੌਰ, ਗੁਰੂ ਦੇ ਸ਼ਬਦ ਨੂੰ ਸਵਾਰ ਬਣਾਓ।
ਜਿਵੇਂ ਤੁਸੀਂ ਮੋਟਰਾਂ ਤੇ ਚੜ੍ਹ ਕੇ ਆਏ ਹੋ ਨਾ, ਬਾਈਕਸ ਤੇ, ਸਕੂਟੀਆਂ ਤੇ, ਇਸ ਤਰ੍ਹਾਂ ਘੋੜਿਆਂ ਦੀ ਸਵਾਰੀ ਹੁੰਦੀ ਸੀ। ਤੇ ਇੱਕ ਘੋੜਾ, ਇੱਕ ਘੋੜੇ ਦਾ ਸਵਾਰ। ਹਜ਼ੂਰ ਕਹਿੰਦੇ ਨੇ ਗੁਰੂ ਦੇ ਸ਼ਬਦ ਨੂੰ ਸਵਾਰ ਬਣਾ ਤੇ ਆਪਣੇ ਮਨ ਨੂੰ ਉਹਦੀ ਸਵਾਰੀ ਬਣਾ, ਇਹਦੇ ਉੱਤੇ ਲੱਦਾ ਪਾਈ ਰੱਖ, ਭਾਰ ਪਾਈ ਰੱਖ। ਜਦੋਂ ਵਿਹਲਾ ਹੁੰਦਾ ਉਦੋਂ ਖਰੁੱਦੀਆਂ ਕਰਦਾ। ਇਹਨੂੰ ਕਿਰਤ ਚਲਾਈ ਰੱਖ, ਬਚੇ ਹੋਏ ਸਮੇਂ ਵਿੱਚ ਇਹਨੂੰ ਸਿਮਰਨ ਤੇ ਬਾਣੀ ਦੇ ਵਿੱਚ ਲਾਈ ਰੱਖ, ਸੇਵਾ ਚਲਾਈ ਰੱਖ। ਜਿਸ ਤਰ੍ਹਾਂ ਆਪ ਸਾਰੇ ਚੌਂਕੜੀਆਂ ਮਾਰ ਕੇ ਆਪਣਾ ਸਮਾਂ ਸਫਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਯਤਨ ਕਰ ਰਹੇ ਹੋ। ਸਤਿਗੁਰ ਸ਼ਬਦ ਸੌਰ ਤਰੇ ਤੇ ਦੀਜੀਏ, ਤੇ ਮੀਨਸ ਮਨ, ਮਨ ਨੂੰ ਥੱਲੇ ਦੇ ਦੇ। ਔਰ ਕਸ਼ਟ ਨਰਕ ਕੋ ਕਸਾ ਦਿਖਾਵਨ ਕੀਜੀਏ। ਫਿਰ ਇਸ ਮਨ ਨੂੰ ਬਾਣੀ ਵਿੱਚੋਂ ਉਦਾਹਰਨਾਂ ਦੇ ਦੇ ਕੇ ਸਮਝਾ ਬਈ ਜੇ ਆ ਪਾਪ ਕੀਤੇ, ਇੱਦਾਂ ਇੱਦਾਂ ਕੀਤਾ, ਤੇ ਬਾਣੀ ਅਨੁਸਾਰ ਇਹਦੀ ਇਹ ਪਨਿਸ਼ਮੈਂਟ ਵੀ ਹੈ। ਫਿਰ ਇਹ ਡਰੇਗਾ, ਫਿਰ ਇਹ ਉਧਰ ਨਹੀਂ ਜਾਏਗਾ। ਵਿਸ਼ੇ ਨਿਵਰਤੀ ਕਰਨ, ਵਕਾਰਾਂ ਵੱਲੋਂ ਬਿਲਕੁਲ ਉਪਰਾਮ ਹੋ ਜਾ। ਇਹ ਮਨ ਰੂਪੀ ਘੋੜੇ ਦੇ ਮੂੰਹ ਵਿੱਚ ਕੜਿਆਲਾ ਪਾ, ਲਗਾਮ ਪਾ। ਕਵਕਾ ਜਾਨੀਏ ਹੋ ਮਨ ਤਰੰਗ, ਮਨ ਰੂਪੀ ਘੋੜਾ ਲਖੋ ਸਮਝੋ ਕਰਨ ਵਸ ਠਾਨੀ ਹੈ। ਇਸ ਪ੍ਰਕਾਰ ਵਸ ਦੇ ਵਿੱਚ ਆਉਂਦਾ ਹੈ। ਐਸਾ ਨਹੀਂ ਬਈ ਆਉਂਦਾ ਹੀ ਨਹੀਂਗਾ, ਪਰ ਅਸਲ ਵਿੱਚ ਇਹਦੇ ਨਾਲ ਘੁਲਣਾ ਪੈਂਦਾ ਹੈ, ਪ੍ਰਯੋਗ ਕਰਨੇ ਪੈਂਦੇ ਨੇ, ਆਤਮ ਮੰਥਨ ਕਰਨਾ ਪੈਂਦਾ ਹੈ, ਸਵੈ ਪੜਚੋਲ ਕਰਨੀ ਪੈਂਦੀ ਹੈ। ਕ੍ਰੋਧ ਆਉਂਦਾ ਹੈ ਤੇ ਉਹਦੇ ਉੱਤੇ ਆਤਮ ਮੰਥਨ ਕਿਵੇਂ ਕਰਨਾ ਹੈ। ਜਦੋਂ ਆਉਂਦਾ ਹੈ ਉਹਦੇ ਆਉਣ ਤੋਂ ਪਹਿਲਾਂ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਵੀ ਆਉਂਦਾ ਤੇ ਨਿੱਤ ਹੈ। ਹੁਣ ਜਿੱਦਣ ਆਵੇਗਾ, ਜਦੋਂ ਆਵੇਗਾ ਉਦੋਂ ਮੈਂ ਕੀ ਕਰਨਾ। ਜਾਂ ਇਸੇ ਤਰ੍ਹਾਂ ਹੋਰ ਜਿਹੜੀਆਂ ਵਸਤੂਆਂ ਆਉਂਦੀਆਂ ਨੇ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਕਿਸ ਤਰ੍ਹਾਂ ਆਪਣੇ ਆਪ ਨੂੰ ਰੋਕਣਾ, ਆਪਣੇ ਮਨ ਨਾਲ ਕਿਸ ਤਰ੍ਹਾਂ ਅੰਦਰ ਸਟਰਗਲ ਕਰਨੀ ਹੈ, ਸੰਘਰਸ਼ ਕਰਨਾ ਹੈ। ਇਹੋ ਮਨ ਨੂੰ ਕਾਬੂ ਕਰਨ ਦੀ ਗੱਲ ਹੈ। ਔਰ ਜਦੋਂ ਇਸ ਪ੍ਰਕਾਰ ਮਨ ਫੁਰਨਿਆਂ ਵੱਲੋਂ, ਵਕਾਰਾਂ ਵੱਲੋਂ ਨਿਰਵਿਚਾਰ ਹੋ ਜਾਏਗਾ, ਸਪੇਸ ਹੋ ਜਾਏਗਾ, ਬਿਲਕੁਲ ਖਾਲੀ ਹੋ ਜਾਏਗਾ, ਉਸ ਵੇਲੇ ਐਨ ਅਚਾਨਕ ਪਤਾ ਲੱਗੇਗਾ ਵੀ ਜਦੋਂ ਇਸ ਘਰ ਦਾ ਮਾਲਕ ਹੈ ਉਹ ਅਡੋਲ ਆ ਕੇ ਬੈਠ ਗਿਆ। ਉਹ ਤਾਂ ਬੈਠਣਾ ਚਾਹੁੰਦਾ ਪਰ ਉਹ ਸਾਡੇ ਤੋਂ ਕਦੀ ਖਾਲੀ ਨਹੀਂ ਹੋਇਆ। ਉਹ ਬੜੀ ਸੂਖਸ਼ਮ ਜੀ ਜਗ੍ਹਾ ਹੈ, ਉਹਦੇ ਵਿੱਚ ਫੁਰਨੇ ਚੱਲਦੇ ਰਹਿੰਦੇ। ਇਹ ਕਿਸੇ ਰੇਲਵੇ ਸਟੇਸ਼ਨ ਵਾਂਗੂ, ਪਲੇਟਫਾਰਮ ਵਾਂਗੂ ਹੈ। ਇੱਕ ਟ੍ਰੇਨ ਖੜੀ ਹੋ ਗਈ ਹੈ, ਦੂਜੇ ਪਲੇਟਫਾਰਮ ਤੇ ਦੂਜੀ ਆ ਰਹੀ ਹੈ, ਤੀਜੀ ਦੀ ਅਨਾਉਂਸਮੈਂਟ ਹੋ ਰਹੀ ਹੈ ਵੀ ਉਹ ਚੱਲ ਗਈ ਹੈ, ਚੌਥੀ ਫਲਾਣੇ ਥਾਂ ਤੇ ਪਹੁੰਚ ਗਈ ਹੈ। ਕਿਤੇ ਕਿਸੇ ਨੂੰ ਕੁੱਲੀ ਚੜਾ ਰਹੇ ਨੇ, ਕਿਸੇ ਨੂੰ ਕੁੱਲੀ ਉਤਾਰ ਰਹੇ ਨੇ। ਕੀ ਸੁਬਾਹ, ਕੀ ਦੁਪਹਿਰ, ਕੀ ਸ਼ਾਮ, ਕੀ ਅੱਧੀ ਰਾਤ, ਕੀ ਅੰਮ੍ਰਿਤ ਵੇਲਾ, ਤਾਂਤੇ ਲੱਗੇ ਰਹਿੰਦੇ ਨੇ। ਇਸੇ ਤਰ੍ਹਾਂ ਸਾਡੀ ਸੁਰਤ ਜਿਹੜੀ ਹੈ ਉਹ ਕਿਸੇ ਰੇਲਵੇ ਸਟੇਸ਼ਨ ਵਾਂਗੂ ਬੜਾ ਵੱਡਾ ਜੰਕਸ਼ਨ ਬਣਿਆ। ਇੱਥੇ ਕਈ ਫੁਰਨੇ ਆਉਂਦੇ ਤੇ ਕਈ ਜਾਂਦੇ, ਕਦੀ ਅਸੀਂ ਨਿਰਵਿਚਾਰ ਨਹੀਂ ਹੋਏ, ਇਹਨੂੰ ਕਦੀ ਖਾਲੀ ਕੀਤਾ ਹੀ ਨਹੀਂ। ਫਲ ਸਰੂਪ ਜਿਹਦਾ ਇਹ ਘਰ ਹੈ, ਜਿਹਨ ਚੌਂਕੜੀ ਮਾਰ ਕੇ ਬਹਿਣਾ, ਉਹਨੂੰ ਮੌਕਾ ਹੀ ਕੋਈ ਨਹੀਂਗਾ ਮਿਲਦਾ, ਇਹ ਭਰਿਆ ਹੀ ਰਹਿੰਦਾ। ਤੋ ਹਜ਼ੂਰ ਜਿਹੜੀ ਬਖਸ਼ਿਸ਼ ਕਰ ਰਹੇ ਨੇ ਵੀ ਜੇ ਤੂੰ ਚਾਹੁੰਦਾ ਹੈ ਵੀ ਦੁੱਖਾਂ ਤੋਂ ਨਿਵਰਤੀ ਮਿਲ ਜਾਏ। ਨਿਵਰਤੀ ਤੋਂ ਸੈਂਸ ਕੀ ਹੈ ਬਈ ਦੁੱਖ ਆਉਣ, ਮੈਨੂੰ ਖਿਮਾ ਕਰਨਾ। ਐਸਾ ਤਾਂ ਨਹੀਂ ਹੋ ਸਕਦਾ ਵੀ ਦੁੱਖ ਆਉਣ ਹੀ ਨਾ। ਇਹਦੇ ਲਈ ਪ੍ਰਪੇਅਰ ਕਰ ਲਓ ਆਪਣੇ ਆਪ ਨੂੰ। ਕੋਈ ਇੱਥੋਂ ਸਟੇਜਾਂ ਤੋਂ ਇਸ ਤਰ੍ਹਾਂ ਕਵੇ ਬਈ ਦੁੱਖ ਆਉਂਦੇ ਹੀ ਨਹੀਂ, ਤੇ ਉਹ ਥੋੜ੍ਹਾ ਜਿਹਾ ਹੋ ਸਕਦਾ ਵੀ ਵਕਤੀ ਤੌਰ ਤੇ ਆਪਣੇ ਲਾਹੇ ਲਈ ਜਾਂ ਸੰਗਤ ਨੂੰ ਪ੍ਰਸੰਨ ਕਰਨ ਲਈ। ਸੱਚੇ ਪਾਤਸ਼ਾਹ ਤੇ ਕਹਿੰਦੇ ਵੀ ਦੁੱਖ ਸੁੱਖ ਦੋਏ ਦਰ ਕੱਪੜੇ। ਇਹ ਹੋ ਹੀ ਨਹੀਂ ਸਕਦਾ ਵੀ ਆਉਣ ਨਾ। ਸਿਰਫ ਫਰਕ ਕੀ ਹੈ, ਆਉਣਗੇ ਪਰ ਤੁਸੀਂ ਵਿਚਲਤ ਨਹੀਂ ਹੋਵੋਗੇ। ਦੁੱਖ ਵਿੱਚ ਸੂਖ ਮਨਾਈ ਵਾਲੀ ਤੁਹਾਡੀ ਅਵਸਥਾ ਬਣ ਜਾਏਗੀ। ਤੋ ਇਸ ਪ੍ਰਕਾਰ ਜਦੋਂ ਮਨ ਨੂੰ ਕਾਬੂ ਵਿੱਚ ਕਰਕੇ, ਮਨ ਨੂੰ ਗੁਰਬਾਣੀ ਅਨੁਸਾਰ ਜਦੋਂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਹਸਤੀ ਸਿਰ ਜਿਉ ਅੰਕਸ਼ ਹੈ, ਐਰਨ ਜਿਉ ਸਿਰ ਦੇ, ਮਨ ਤਨ ਆਗੇ ਰਾਖ ਕੈ ਊਬੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਹੁਣ ਤੁਹਾਡੇ ਸਾਹਮਣੇ ਲੁਹਾਰ ਦਾ ਸਮਾਜ ਹੋਵੇ ਤੇ ਤੁਹਾਨੂੰ ਪਤਾ ਹੋਵੇ, ਮੈਂ ਤੇ ਬੜੀ ਵਾਰਾਂ ਵੇਖਿਆ, ਉਹ ਲੋਹੇ ਦਾ ਜਿਹੜਾ ਅੱਡਾ ਬਣਿਆ ਹੈ, ਉਹਦੇ ਉੱਤੇ ਜਿਹੜੀ ਚੀਜ਼ ਨੂੰ ਕੋਈ ਸ਼ੇਪ ਦੇਣੀ ਹੁੰਦੀ ਹੈ ਉਹਨੂੰ ਚੰਗੀ ਤਰ੍ਹਾਂ ਰੱਖ ਕੇ ਸੁਰਖ ਲਾਲ ਕਰ ਲੈਂਦਾ ਤੇ ਫਿਰ ਸੰਨੀ ਦੇ ਨਾਲ ਪਕੜ ਕੇ ਰੱਖ ਕੇ ਉਹਦੇ ਉੱਤੇ ਥੋੜੇ ਮਾਰਦਾ, ਵਦਾਨ ਮਾਰਦਾ। ਛੋਟਾ ਜਿਹਾ ਸਰੀਆ ਉਹਨੂੰ ਗਰਮ ਕਰਕੇ ਉਹਦੇ ਉੱਤੇ ਰੱਖ ਕੇ ਤਿੱਖਾ ਕਰ ਲਿਆ, ਉੱਤੋਂ ਥੋੜਾ ਜਿਹਾ ਮੋੜ ਦਿੱਤਾ, ਹੁਣ ਸਰੀਆ ਕੀ ਬਣ ਗਿਆ? ਅੰਕਸ਼। ਉਹ ਮਾਵਤ ਨੇ ਹੱਥ 'ਚ ਲੈ ਲਿਆ, ਉਹ ਹਾਥੀ ਦੇ ਉੱਤੇ ਚੜ੍ਹ ਕੇ ਬਹਿ ਗਿਆ। ਐਡਾ ਵੱਡਾ ਤਾਕਤਵਰ ਜਾਨਵਰ ਤੇ ਬਿਲਕੁਲ 40-50 ਕਿਲੋ ਦਾ ਸੁੱਕਾ ਸੜਿਆ ਜਿਹਾ ਮਹਾਵਤ, ਉਹਦਾ ਜਿੱਥੇ ਦਿਲ ਕਰੇ ਉਹਨੂੰ ਰੋਕ ਲੈਂਦਾ, ਜਿੱਥੇ ਦਿਲ ਕਰੇ ਬਿਠਾ ਲੈਂਦਾ, ਜਿੱਥੇ ਦਿਲ ਕਰੇ ਭਜਾ ਲੈਂਦਾ। ਪਰ ਉਹ ਜਿਹੜਾ ਅੰਕਸ਼ ਹੈ ਜਿਹਨੇ ਸਰਦਾਰੀ ਕੀਤੀ ਹਾਥੀ ਦੇ ਸਿਰ ਤੇ, ਉਹਨੂੰ ਪਹਿਲਾਂ ਚੋਟਾਂ
ਖਾਣੀਆਂ ਪਈਆਂ। ਜੇ ਉਹ ਚੋਟਾਂ ਨਾ ਖਾਂਦਾ ਅੰਕਸ਼ ਨਹੀਂ ਸੀ ਬਣ ਸਕਦਾ। ਇਹ ਮਨ ਨੂੰ ਸਭ ਰਾਜ ਸ੍ਰਿਸ਼ਟ ਕਾ ਲੈ ਵਾਲੀ ਅਵਸਥਾ ਬਣ ਸਕਦੀ ਏ, ਪਰ ਪਹਿਲਾਂ ਗੁਰਮਤ ਦੇ ਹਥੌੜੇ ਖਾਣੇ ਪੈਣਗੇ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ